ਜੀਓਗ੍ਰਾਫਿਕ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਕੁਦਰਤ ਦੇ ਰਾਜ਼ ਅਜੇ ਤੱਕ ਕੋਈ ਜਾਣ ਨਹੀਂ ਸਕਿਆ। ਇਸੇ ਤਰ੍ਹਾਂ ਦੁਨੀਆ ਵਿੱਚ ਕੁਝ ਖੁਫੀਆ ਸੱਥਾਂ ਬਣੀਆਂ ਜਿਨ੍ਹਾਂ ਦੇ ਕੰਮ ਖੁਫੀਆ ਸਨ। ਅੱਜ ਅਸੀਂ ਉਹਨਾਂ ਸੱਥਾਂ ਬਾਰੇ ਤੁਹਾਨੂੰ ਦੱਸ ਪਾਵਾਂਗੇ। ਇਸ ਵੇਲੇ ਦੁਨੀਆ ਦੀ ਆਬਾਦੀ ਲਗਭਗ 8 ਅਰਬ ਦੇ ਨੇੜੇ ਹੈ। ਇਹ 8 ਅਰਬ ਜੀ ਮੁਖਤਲਿਫ ਨਜ਼ਰੀਆਤ, ਅਕੀਦੇ ਤੇ ਮਜ਼ਹਬਾਂ ਦੇ ਮੰਨਣ ਵਾਲੇ ਨੇ, ਪਰ ਇਹਨਾਂ ਵਿੱਚ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਨਜ਼ਰੀਆਤ ਤੇ ਥਿਊਰੀਜ਼ ਖੁਫੀਆ ਤੇ ਪੁਰ ਅਸਰਾਰ ਸਮਝੀਆਂ ਜਾਂਦੀਆਂ ਨੇ। ਅਜਿਹੇ ਲੋਕ ਆਪਣੇ ਅਕੀਦੇ ਤੇ ਰਸਮਾਂ ਨੂੰ ਮਹਿਦੂਦ ਰੱਖਦੇ ਨੇ ਤੇ ਮੁਖਤਲਿਫ ਖੁਫੀਆ ਰੁਝਾਂ ਤੇ ਨਜ਼ਰੀਆਤ ਤੇ ਅਮਲ ਕਰਦੇ ਨੇ। ਇਹਨਾਂ ਸੱਥਾਂ ਦੇ ਹਵਾਲੇ ਨਾਲ ਦੁਨੀਆ ਵਿੱਚ ਮੁਖਤਲਿਫ ਪੇਸ਼ਗੋਈਆਂ ਕੀਤੀਆਂ ਗਈਆਂ, ਜਿਵੇਂ ਕਿ ਕਿਹਾ ਜਾਂਦਾ ਹੈ ਕੁਝ ਖੁਫੀਆ ਤਨਜ਼ੀਮਾਂ ਤੇ ਬਹੁਤ ਤਾਕਤਵਰ ਨੇ ਤੇ ਪੂਰੀ ਦੁਨੀਆ ਦੇ ਹਾਲਾਤ ਵਾਕਿਆਤ ਨੂੰ ਕੰਟਰੋਲ ਕਰਦੀਆਂ ਨੇ। ਇਹ ਤਨਜ਼ੀਮਾਂ ਜਾਂ ਸੱਥਾਂ ਕਿਹੜੀਆਂ ਨੇ, ਕਦੋਂ ਬਣੀਆਂ ਤੇ ਇਹਨਾਂ ਦੇ ਮਕਸਦ ਕੀ ਸਨ ਤੇ ਇਹ ਕਿੰਜ ਕੰਮ ਕਰਦੀਆਂ ਸਨ? ਦੁਨੀਆ ਭਰ ਵਿੱਚ ਇਹਨਾਂ ਦੇ ਮੰਨਣ ਵਾਲੇ ਕਿੰਨੇ ਨੇ? ਕੀ ਇਹ ਤਨਜ਼ੀਮਾਂ ਅੱਜ ਵੀ ਮੌਜੂਦ ਨੇ? ਤੇ ਉਹ ਕਿਹੜੀ ਖੁਫੀਆ ਤਨਜ਼ੀਮ ਸੀ ਜਿਹਦਾ ਦਫ਼ਤਰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਵੀ ਮੌਜੂਦ ਸੀ? ਇਹਨਾਂ ਸਾਰੀਆਂ ਵਿੱਚੋਂ ਕੁਝ ਤਨਜ਼ੀਮਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੇ ਆ। ਨੰਬਰ 1, ਐਲੂਮੀਨਾਟੀ। ਐਲੂਮੀਨਾਟੀ ਦਰਅਸਲ ਲਾਤੀਨੀ ਜ਼ੁਬਾਨ ਦਾ ਲਫ਼ਜ਼ ਹੈ ਜਿਹਦੇ ਮਾਨੇ ਰੋਸ਼ਨ ਖਿਆਲੀ ਤੇ ਨਜ਼ਰੀਆਤ ਨੂੰ ਉਹਨਾਂ ਦੀ ਹਕੀਕੀ ਸ਼ਕਲ ਵਿੱਚ ਵੇਖਣਾ ਤੇ ਸਮਝਣਾ ਹੈ। ਐਲੂਮੀਨਾਟੀ ਤਨਜ਼ੀਮ ਦੀ ਇਬਤਦਾ 15ਵੀਂ ਸਦੀ ਤੋਂ ਹੁੰਦੀ ਹੈ, ਪਰ ਉਸ ਦੌਰ ਵਿੱਚ ਇਹਦੀ ਕੋਈ ਬਾਕਾਇਦਾ ਸ਼ਕਲ ਨਹੀਂ ਮਿਲਦੀ। ਕੁਝ ਜ਼ਰਾਏ ਮੂਜਬ ਇਸ ਤਨਜ਼ੀਮ ਦਾ ਬਾਕਾਇਦਾ ਆਗਾਜ਼ ਜਰਮਨੀ ਦੇ ਸ਼ਹਿਰ ਬਵੇਰੀਆ ਵਿੱਚ 1776 ਈਸਵੀ ਵਿੱਚ ਹੋਇਆ। ਇਹਦੀ ਬੁਨਿਆਦ ਕਾਨੂੰਨ ਦੇ ਇੱਕ ਪ੍ਰੋਫੈਸਰ ਐਡਮ ਬਿਸ਼ਾਪ ਨੇ 4 ਹੋਰ ਦੋਸਤਾਂ ਦੇ ਮਿਲਵਰਤਨ ਨਾਲ ਰੱਖੀ। 5 ਬੰਦਿਆਂ ਤੋਂ ਸ਼ੁਰੂ ਹੋਣ ਵਾਲੀ ਇਹ ਤਨਜ਼ੀਮ 1780 ਵਿੱਚ ਜਰਮਨੀ ਦੇ 6 ਵੱਖਰੇ ਸ਼ਹਿਰਾਂ ਵਿੱਚ ਆਪਣੀਆਂ ਜੜ੍ਹਾਂ ਖਿਲਾਰ ਚੁੱਕੀ ਸੀ ਤੇ ਇਹਦੇ ਮੈਂਬਰਾਂ ਦੀ ਤਾਦਾਦ 60 ਤੱਕ ਪਹੁੰਚ ਗਈ। ਫਿਰ ਇੱਕ ਹੋਰ ਖੁਫੀਆ ਤਨਜ਼ੀਮ ਫ੍ਰੀ ਮੈਸਨਰੀ ਦੇ ਮੈਂਬਰਾਂ ਦੀ ਸ਼ਮੂਲੀਅਤ ਨਾਲ ਇਸ ਤਨਜ਼ੀਮ ਦੀ ਮਕਬੂਲੀਅਤ ਵਿੱਚ ਅਚਾਨਕ ਬਹੁਤ ਵਾਧਾ ਹੋਇਆ ਤੇ 1778 ਤੱਕ ਇਹਦੇ ਰਲਤੀਆਂ ਦੀ ਤਾਦਾਦ ਹਜ਼ਾਰਾਂ ਵਿੱਚ ਹੋ ਗਈ। ਐਲੂਮੀਨਾਟੀ ਤਨਜ਼ੀਮ ਨੂੰ ਸਿਰਫ ਦੌਲਤਮੰਦ ਤੇ ਮਸ਼ਹੂਰ ਮਾਰੂਫ ਸ਼ਖਸੀਆਤ ਹੀ ਜੁਆਇਨ ਕਰਦੀਆਂ ਸਨ, ਜਾਂ ਇਹਦੇ ਵਿੱਚ ਸਹਿੰਦੇ ਬਹਿੰਦੇ ਬੰਦੇ ਹੀ, ਕਹਿੰਦੇ ਕੁਆਂਦੇ ਲੋਕ ਹੀ ਸ਼ਾਮਿਲ ਹੋ ਸਕਦੇ ਸਨ। ਹਮੇਸ਼ਾ ਤੋਂ ਇਸ ਤਨਜ਼ੀਮ ਨੂੰ ਸਾਜ਼ਿਸ਼ੀ ਨਜ਼ਰੀਆਤ ਤੇ ਪ੍ਰੋਪੋਗੰਡੇ ਨਾਲ ਜੋੜਿਆ ਜਾਂਦਾ ਰਿਹਾ। ਕੁਝ ਲੋਕਾਂ ਦਾ ਖਿਆਲ ਹੈ ਕਿ ਇਹ ਤਨਜ਼ੀਮ ਦੁਨੀਆ ਤੋਂ ਮਜ਼ਹਬਾਂ ਨੂੰ ਖਤਮ ਕਰਨ ਤੇ ਅਕੀਦੇ ਦੀਆਂ ਐਨਕਾਂ ਅੱਖਾਂ ਤੋਂ ਲਾ ਕੇ ਸਾਰੀ ਦੁਨੀਆ ਵਿੱਚ ਰੋਸ਼ਨ ਖਿਆਲੀ ਦਾ ਕਬਜ਼ਾ ਚਾਹੁੰਦੀ ਹੈ। ਪਰ ਐਲੂਮੀਨਾਟੀ ਤਨਜ਼ੀਮ ਦੇ ਬਾਨੀ ਐਡਮ ਬਿਸ਼ਾਪ ਦੇ ਮੁਤਾਬਿਕ ਇਸ ਸੁਸਾਇਟੀ ਦਾ ਮਕਸਦ ਮੁਆਸ਼ਰੇ ਵਿੱਚੋਂ ਤੋਹਮ ਪ੍ਰਸਤੀ, ਮਜ਼ਹਬੀ ਮੁਨਾਫਰਤ ਤੇ ਆਤਪਸੰਦੀ ਨੂੰ ਖਤਮ ਕਰਨਾ ਹੈ। ਇਹਦੇ ਮੁਤਾਬਿਕ ਉਹ ਇਸ ਤਨਜ਼ੀਮ ਨੂੰ ਲੋਕਾਂ ਵਿੱਚ ਸੈਕੂਲਰ ਤੇ ਲਿਬਰਲ ਸੋਚ ਨੂੰ ਵਧਾਵਾ ਦੇਣਾ ਚਾਹੁੰਦੇ ਸਨ। ਇਹ ਤਨਜ਼ੀਮ ਸਿਰਫ 8 ਸਾਲ ਹੀ ਮੰਜ਼ਰਨਾਮੇ ਤੇ ਮੌਜੂਦ ਰਹੀ ਤੇ 1785 ਵਿੱਚ ਇਸ ਤਨਜ਼ੀਮ ਨੂੰ ਬਵੇਰੀਆ ਦੀ ਇੱਕ ਹੁਕਮਨਾਮਾ ਜਾਰੀ ਕਰਕੇ ਪਾਬੰਦੀ ਲਾ ਦਿੱਤੀ। ਪਾਬੰਦੀ ਲੱਗਣ ਤੋਂ ਬਾਅਦ ਵੀ ਇਸ ਸੁਸਾਇਟੀ ਦੇ ਮੁਤਾਲਿਕ ਮੁਖਤਲਿਫ ਕੌਨਸਪੀਰੇਸੀ ਥਿਊਰੀਜ਼ ਚੱਲਦੀਆਂ ਰਹੀਆਂ।
1786 ਵਿੱਚ ਕੁਝ ਖੁਫੀਆ ਦਸਤਾਵੇਜ਼ਾਤ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਮੁਲਹਿਦਾਨਾ ਨਜ਼ਰੀਆਤ, ਆਤਮ ਹੱਤਿਆ, ਖੁਦਕੁਸ਼ੀ ਕਰਨ ਦੇ ਤਰੀਕੇ, ਜ਼ਹਿਰ ਬਣਾਉਣ ਦੇ ਤਰੀਕੇ ਤੇ ਅਸਕਾਤੇ ਹਮਲ ਐਬੋਰਸ਼ਨ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਗਈਆਂ ਸਨ। 1784 ਵਿੱਚ ਇਹ ਸੁਸਾਇਟੀ ਖਤਮ ਹੋ ਗਈ, ਪਰ ਕੁਝ ਲੋਕਾਂ ਦਾ ਕਹਿਣਾ ਹੈ ਅੱਜ ਤੱਕ ਇਹ ਤਨਜ਼ੀਮ ਆਪਣੀਆਂ ਖੁਫੀਆ ਸਰਗਰਮੀਆਂ ਰੁਝਾਂ ਚਲਾ ਰਹੀ ਹੈ ਤੇ ਆਪਣੀ ਤਾਲੀਮਾਤ ਤੇ ਮਕਾਸਦ ਨੂੰ ਪੁਰ ਅਸਰਾਰ ਤਰੀਕੇ ਨਾਲ ਦੁਨੀਆ ਵਿੱਚ ਖਿਲਾਰ ਰਹੀ ਹੈ। ਦੂਸਰੀ ਤਨਜ਼ੀਮ ਫ੍ਰੀ ਮੈਸਨ ਜਾਂ ਫ੍ਰੀ ਮੈਸਨਰੀ ਦੋ ਲਫ਼ਜ਼ਾਂ ਦਾ ਮਜਮੂਆ ਹੈ, ਜਿਹਦੇ ਵਿੱਚ ਫ੍ਰੀ ਦਾ ਮਤਲਬ ਆਜ਼ਾਦ ਤੇ ਮੈਸਨਰੀ ਮਜ਼ਦੂਰ ਜਾਂ ਮਿਸਤਰੀ। ਇਸ ਤਨਜ਼ੀਮ ਦੀਆਂ ਬੁਨਿਆਦਾਂ 14ਵੀਂ ਸਦੀ ਈਸਵੀ ਵਿੱਚ ਇੱਟਾਂ ਥੱਪਣ ਵਾਲੇ ਥਪੇਰੇ ਤੇ ਗਿਰਜਾਘਰਾਂ ਦੀਆਂ ਉਸਾਰੀਆਂ ਕਰਨ ਵਾਲੇ ਮਿਸਤਰੀ ਇਹਦੇ ਪਹਿਲੇ ਮੈਂਬਰਾਂ ਵਿੱਚ ਸ਼ਾਮਲ ਨੇ। 1390 ਦੀ ਇੱਕ ਨਜ਼ਮ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ, ਪਰ ਇਹਦਾ ਬਾਕਾਇਦਾ ਆਗਾਜ਼ 1717 ਬਰਤਾਨੀਆ ਵਿੱਚ ਹੋਇਆ। ਕੁਝ ਹੀ ਸਾਲਾਂ ਵਿੱਚ ਇਹ ਤਨਜ਼ੀਮ ਬਹੁਤ ਮਕਬੂਲ ਹੋਈ ਤੇ 1750 ਈਸਵੀ ਵਿੱਚ ਨਾ ਸਿਰਫ ਬਰਤਾਨੀਆ ਬਲਕਿ ਅਮਰੀਕਾ ਤੇ ਆਲੇ ਦੁਆਲੇ ਦੇ ਕਈ ਮੁਲਕਾਂ ਤੱਕ ਖਿਲਰ ਗਈ। ਅਗਲੇ 200 ਸਾਲ ਵਿੱਚ ਇਹਦੀ ਮਕਬੂਲੀਅਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ 1960 ਤੱਕ ਇਹਦੇ ਮੈਂਬਰਾਂ ਦੀ ਤਾਦਾਦ 50 ਲੱਖ ਤੱਕ ਪਹੁੰਚ ਗਈ ਸੀ। ਇਹ ਤਨਜ਼ੀਮ ਆਪਣੀਆਂ ਗੁਪਤ ਖੁਫੀਆ ਸਰਗਰਮੀਆਂ ਦੀ ਬਦੌਲਤ ਹਮੇਸ਼ਾ ਸ਼ਰਾਰਤੀ ਥਿਊਰੀਜ਼ ਯਾਨੀ ਕਿ ਸ਼ਰਯੰਤਰਕਾਰੀ ਥਿਊਰੀਜ਼ ਦੀ ਜ਼ਦ ਵਿੱਚ ਰਹੀ ਹੈ। ਅੱਜ ਵੀ ਇਹ ਤਨਜ਼ੀਮ ਆਪਣੀਆਂ ਸਾਰੀਆਂ ਬੈਠਕਾਂ ਖੁਫੀਆ ਰੱਖਦੀ ਏ। ਖੁਫੀਆ ਥਾਵਾਂ ਤੇ ਹੋਣ ਵਾਲੀਆਂ ਇਹਨਾਂ ਬੈਠਕਾਂ ਵਿੱਚ ਕੀ ਫੈਸਲੇ ਹੁੰਦੇ ਨੇ, ਇਹਨਾਂ ਦੇ ਮੁਤਾਲਕ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਕਿਸੇ ਦੌਰ ਵਿੱਚ ਇਹਨਾਂ ਦੀ ਮੀਟਿੰਗ ਬੈਠਕਾਂ ਦੁਨੀਆ ਦੇ ਕਈ ਮੁਲਕਾਂ ਵਿੱਚ ਮੌਜੂਦ ਸਨ, ਪਰ ਹੁਣ ਇਹ ਤਨਜ਼ੀਮ ਸਿਰਫ ਅਮਰੀਕਾ ਤੱਕ ਮਹਿਦੂਦ ਹੈ। ਦਿਲਚਸਪ ਗੱਲ ਇਹ ਵੇ ਕਿ ਇਸ ਤਨਜ਼ੀਮ ਦਾ ਇੱਕ ਦਫ਼ਤਰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਵੀ ਮੌਜੂਦ ਸੀ। 1883 ਈਸਵੀ ਵਿੱਚ ਬਣਨ ਵਾਲਾ ਇਹ ਦਫ਼ਤਰ 1983 ਵਿੱਚ ਬੰਦ ਕਰ ਦਿੱਤਾ ਗਿਆ ਤੇ ਇਹਦੇ ਤੇ ਪਾਬੰਦੀ ਲਾ ਦਿੱਤੀ ਗਈ। ਫ੍ਰੀ ਮੈਸਨ ਤਨਜ਼ੀਮ ਐਲੂਮੀਨਾਟੀ ਤਨਜ਼ੀਮ ਵਾਂਗੂ ਧਰਮ ਮੁਖਾਲਿਫ ਤੇ ਮੁਲਹਿਦਾਨਾ ਨਜ਼ਰੀਆਤ ਤੇ ਯਕੀਨ ਨਹੀਂ ਰੱਖਦੀ, ਬਲਕਿ ਮਾਲੂਮਾਤ ਮੁਤਾबिक ਇਸ ਤਨਜ਼ੀਮ ਦਾ ਮੈਂਬਰ ਬਣਨ ਲਈ ਯਕਤਾ ਪ੍ਰਸਤ ਹੋਣਾ ਜ਼ਰੂਰੀ ਸੀ। ਇਸ ਲਈ ਕਿਸੇ ਵੀ ਮਜ਼ਹਬ ਦੇ ਮੰਨਣ ਵਾਲੇ ਜੋ ਇੱਕ ਰੱਬ ਤੇ ਯਕੀਨ ਰੱਖਦੇ ਹੋਣ ਉਹ ਇਹਦੇ ਮੈਂਬਰ ਬਣ ਸਕਦੇ ਸਨ। ਇਸ ਹਵਾਲੇ ਨਾਲ ਇਹ ਗੱਲ ਬਹੁਤ ਅਹਿਮ ਹੈ ਕਿ ਮੁਸਲਮਾਨ ਵੀ ਇਸ ਤਨਜ਼ੀਮ ਦੇ ਮੈਂਬਰ ਸਨ। ਇਹਨਾਂ ਵਿੱਚ ਮਿਰਜ਼ਾ ਗਾਲਿਬ ਦਾ ਨਾਮ ਹੀ ਲਿਆ ਜਾਂਦਾ ਹੈ। ਹਾਂ, ਦਹਿਰੀਏ ਜਾਂ ਮੁਲਹਿਦਾਨਾ ਨਜ਼ਰੀਆਤ ਰੱਖਣ ਵਾਲਿਆਂ ਨੂੰ ਇਸ ਤਨਜ਼ੀਮ ਦਾ ਮੈਂਬਰ ਨਹੀਂ ਸੀ ਬਣਾਇਆ ਜਾਂਦਾ, ਕਿਉਂਕਿ ਇਸ ਸੱਥ ਦੀਆਂ ਸਾਰੀਆਂ ਰੁਝਾਂ ਅਤ ਖੁਫੀਆ ਰੱਖੀਆਂ ਜਾਂਦੀਆਂ ਸਨ। ਇਸ ਲਈ ਇਹਨਾਂ ਦੇ ਏਜੰਡੇ ਮੁਤਾਲਿਕ ਬਹੁਤ ਘੱਟ ਮਾਲੂਮਾਤ ਮਿਲਦੀ ਹੈ। ਇਹਨਾਂ ਖੁਫੀਆ ਸਰਗਰਮੀਆਂ ਦਾ ਕਰਕੇ ਬਹੁਤ ਸਾਰੇ ਮੁਲਕਾਂ ਨੇ ਇਸ ਤਨਜ਼ੀਮ ਤੇ ਪਾਬੰਦੀ ਲਾ ਦਿੱਤੀ। ਇੱਕ ਅੰਦਾਜ਼ੇ ਮੁਤਾबिक ਇਸ ਵੇਲੇ ਦੁਨੀਆ ਵਿੱਚ ਇਹਦੇ ਮੈਂਬਰਾਂ ਦੀ ਤਾਦਾਦ 20 ਲੱਖ ਤੋਂ 60 ਲੱਖ ਦੇ ਦਰਮਿਆਨ ਹੈ। ਤੀਸਰੀ ਤਨਜ਼ੀਮ ਦ ਸਕਿਲ ਐਂਡ ਬੋਇਜ਼। ਇਹ ਤਨਜ਼ੀਮ ਇੱਕ ਸਿਆਸੀ ਖੁਫੀਆ ਤਨਜ਼ੀਮ ਹੈ ਜਿਹਦੇ ਵਿੱਚ ਸਾਬਕਾ 3 ਅਮਰੀਕੀ ਸਦਰ ਵੀ ਸ਼ਾਮਲ ਸਨ। ਇਸ ਸੁਸਾਇਟੀ ਦਾ ਕਿਆਮ 1832 ਈਸਵੀ ਇਹਦੇ ਵਿੱਚ ਇੱਕ ਅਮਰੀਕੀ ਰਿਆਸਤ ਕਨੈਟੀਕਟ ਦੀ ਇੱਕ ਯੂਨੀਵਰਸਿਟੀ ਹੇਲਸ ਵਿੱਚ ਰੱਖਿਆ ਗਿਆ। ਇਸ ਤਨਜ਼ੀਮ ਦਾ ਆਗਾਜ਼ ਇੱਕ ਕਾਰੋਬਾਰੀ ਤੇ ਅਮਰੀਕੀ ਸਦਰ ਦੇ ਸੈਕਟਰੀ ਨੇ ਕੀਤਾ। ਇਹਨਾਂ ਦੋ ਬੰਦਿਆਂ ਤੋਂ ਇਲਾਵਾ ਯੇਲ ਯੂਨੀਵਰਸਿਟੀ ਦੇ 13 ਹੋਰ ਪੜ੍ਹੇ ਲਿਖੇ ਵੀ ਇਸ ਤਨਜ਼ੀਮ ਦੇ ਬਾਨੀਆਂ ਵਿੱਚ ਸ਼ਾਮਿਲ ਨੇ। ਥੋੜ੍ਹੇ ਜਿਹੇ ਯੂਨੀਵਰਸਿਟੀ ਗ੍ਰੈਜੂਏਟਸ ਦੀ ਬਣਾਈ ਗਈ
ਤਨਜ਼ੀਮ ਸ਼ੁਰੂ ਵਿੱਚ ਇੱਕ ਆਮ ਜਿਹਾ ਗਰੁੱਪ ਸੀ ਤੇ ਇਹਨੂੰ 1 ਸਾਲ ਤੱਕ ਕੋਈ ਨਾਂ ਨਹੀਂ ਸੀ ਦਿੱਤਾ। ਫਿਰ ਇਸ ਤਨਜ਼ੀਮ ਦੇ ਕੁਝ ਮੈਂਬਰ ਸਿਆਸਤ ਤੇ ਹਕੂਮਤ ਦੀ ਸਤ੍ਹਾ ਤੇ ਪਹੁੰਚ ਗਏ ਤੇ ਇਹ ਮੁਕੰਮਲ ਤੌਰ ਤੇ ਇੱਕ ਸਿਆਸੀ ਖੁਫੀਆ ਸੁਸਾਇਟੀ ਬਣ ਗਈ। 3 ਅਮਰੀਕੀ ਸਦਰ ਜਾਰਜ ਬੁਸ਼ ਜੂਨੀਅਰ, ਜਾਰਜ ਬੁਸ਼ ਤੇ ਵਿਲੀਅਮ ਹਾਵਰਡ ਦੇ ਇਲਾਵਾ ਬਹੁਤ ਸਾਰੇ ਅਮਰੀਕੀ ਮੈਂਬਰਾਂ ਨੇ ਪਾਰਲੀਮੈਂਟ ਵੀ ਇਸ ਤਨਜ਼ੀਮ ਦਾ ਹਿੱਸਾ ਰਹੇ। ਇਸ ਤਨਜ਼ੀਮ ਦੇ ਹਵਾਲੇ ਨਾਲ ਕਈ ਕਿਸਮ ਦੀਆਂ ਕੌਨਸਪੀਰੇਸੀ ਥਿਊਰੀਜ਼ ਮਿਲਦੀਆਂ ਨੇ। ਕੁਝ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਇਹ ਤਨਜ਼ੀਮ CIA ਨੂੰ ਵੀ ਹੈਂਡਲ ਕਰਦੀ ਏ। ਇਸ ਤੋਂ ਇਲਾਵਾ ਇਸ ਤਨਜ਼ੀਮ ਦੀ ਖੁਫੀਆ ਸਰਗਰਮੀਆਂ ਨੂੰ ਦੁਨੀਆ ਭਰ ਵਿੱਚ ਨਸ਼ਿਆਂ ਦੇ ਖਿਲਾਰ ਦੇ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਦਿਲਚਸਪ ਗੱਲ ਹੈ ਕਿ ਸ਼ੁਰੂ ਵਿੱਚ ਇਸ ਸੁਸਾਇਟੀ ਵਿੱਚ ਸਿਰਫ ਮਰਦ ਹੀ ਸ਼ਾਮਿਲ ਹੋ ਸਕਦੇ ਸਨ, ਪਰ 1992 ਦੇ ਬਾਅਦ ਇਹਦੇ ਵਿੱਚ ਸੁਆਣੀਆਂ ਵੀ ਸ਼ਾਮਿਲ ਹੋਣ ਲੱਗ ਪਈਆਂ। ਤਨਜ਼ੀਮ ਹਰ ਸਾਲ ਹੀਲ ਯੂਨੀਵਰਸਿਟੀ ਦੇ 15 ਗ੍ਰੈਜੂਏਟਸ ਨੂੰ ਸੁਸਾਇਟੀ ਵਿੱਚ ਸ਼ਾਮਿਲ ਕਰਦੇ ਨੇ। ਇਹਨਾਂ ਦੀ ਉਚੇਚੀ ਬੈਠਕ ਇੱਕ ਹਾਲ ਵਿੱਚ ਰੱਖੀ ਜਾਂਦੀ ਹੈ ਜਿਹਨੂੰ ਟੌਮ ਕਿਹਾ ਜਾਂਦਾ ਹੈ। ਬੋਹੇਮਨ ਕਲੱਬ ਚੌਥੀ ਖੁਫੀਆ ਤਨਜ਼ੀਮ ਸਾਨ ਫਰਾਂਸਿਸਕੋ ਦੀ ਇੱਕ ਮਸ਼ਹੂਰ ਖੁਫੀਆ ਤਨਜ਼ੀਮ ਹੈ। ਇਸ ਸੁਸਾਇਟੀ ਦੇ ਬਣਾਉਣ ਦਾ ਮਕਸਦ ਜ਼ਾਹਿਰੀ ਤੌਰ ਤੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਸੀ ਤੇ ਇਹਦੇ ਮੈਂਬਰ ਵੀ ਸਿਰਫ ਕਲਾਕਾਰ ਹੀ ਹੋ ਸਕਦੇ ਸਨ। ਸ਼ਾਇਰ, ਅਦੀਬ, ਦਾਨਿਸ਼ਵਰ, ਪੇਂਟਰ, ਆਰਟਿਸਟ, ਅਦਾਕਾਰ, ਗੁਲੂਕਾਰ, ਹੋਰ ਕਲਾਕਾਰ ਜਿੰਨੀਆਂ ਵੀ ਕਲਾਵਾਂ ਨਾਲ ਤਾਲੁਕ ਰੱਖਦੇ ਨੇ ਉਹ ਇਹਦੇ ਮੈਂਬਰ ਹੋ ਸਕਦੇ ਸਨ। ਪਰ ਆਪਣੀ ਸ਼ੁਰੂਆਤ ਦੇ ਕੁਝ ਹੀ ਅਰਸੇ ਬਾਅਦ ਇਸ ਸੁਸਾਇਟੀ ਵਿੱਚ ਵੱਡੀਆਂ ਸਿਆਸੀ ਸ਼ਖਸੀਅਤ, ਲੋਕ ਸੇਵਕ, ਸਮਾਜੀ ਸ਼ਖਸੀਅਤ, ਆਰਮੀ ਦੇ ਆਫੀਸ਼ੀਅਲਸ ਦੀ ਸ਼ਮੂਲੀਅਤ ਨੇ ਇਹਨੂੰ ਇੱਕ ਖੁਫੀਆ ਸੁਸਾਇਟੀ ਦਾ ਰੂਪ ਦੇ ਦਿੱਤਾ। ਇਸ ਕਲੱਬ ਦਾ ਆਗਾਜ਼ 1872 ਵਿੱਚ ਅਮਰੀਕੀ ਰਿਆਸਤ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਹੋਇਆ। ਇਹ ਸੱਤ ਅਸਲ ਵਿੱਚ ਕੁਝ ਨੌਜਵਾਨ ਮੁੰਡਿਆਂ ਦਾ ਗਰੁੱਪ ਸੀ ਜਿਹੜੇ ਰੋਜ਼ ਇੱਕ ਥਾਂ ਇਕੱਠੇ ਹੋ ਕੇ ਤੇ ਮੁਖਤਲਿਫ ਮਾਮਲਾਤ ਤੇ ਗੱਲਬਾਤ ਕਰਦੇ। ਛੇਤੀ ਹੀ ਇਸ ਗਰੁੱਪ ਵਿੱਚ ਹੋਰ ਲੋਕ ਸ਼ਾਮਿਲ ਹੋਣਾ ਸ਼ੁਰੂ ਹੋ ਗਏ ਤੇ ਇਹ ਗਰੁੱਪ ਇੱਕ ਸੁਸਾਇਟੀ ਵਿੱਚ ਬਦਲ ਗਿਆ। ਇਹਨਾਂ ਦੀ ਤਾਦਾਦ ਸੈਂਕੜਿਆਂ ਤੱਕ ਜਾ ਪਹੁੰਚੀ। ਕਾਫੀ ਮਸ਼ਹੂਰ ਹੋਣ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਨੂੰ ਬੋਹੇਮਨ ਕਲੱਬ ਦਾ ਨਾਂ ਦੇ ਦਿੱਤਾ। ਬੁਨਿਆਦੀ ਤੌਰ ਤੇ ਇਹ ਤਨਜ਼ੀਮ ਜਾਂ ਗਰੋਹ ਕਲਾਕਾਰਾਂ ਦੇ ਇਕੱਠ ਦੇ ਤੌਰ ਤੇ ਬਣਾਇਆ ਗਿਆ ਸੀ। ਥੋੜੇ ਚਿਰ ਵਿੱਚ ਇਸ ਗਰੁੱਪ ਨੂੰ ਦੁਨੀਆ ਭਰ ਤੋਂ ਵੱਡੇ ਕਾਨੂੰਨਦਾਨ, ਮੀਡੀਆ ਤੇ ਫਿਲਮ ਦੀ ਦੁਨੀਆ ਤੋਂ ਤਲਕ ਰੱਖਣ ਵਾਲੇ ਵੱਡੇ ਨਾਂ ਤੇ ਵੱਡੀਆਂ ਸਿਆਸੀ ਸ਼ਖਸੀਅਤ ਨੇ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਇਹ ਤਨਜ਼ੀਮ ਇੱਕ ਖੁਫੀਆ ਸੁਸਾਇਟੀ ਦੀ ਸ਼ਕਲ ਵਿੱਚ ਬਦਲ ਗਈ। ਅੱਜ ਇਸ ਗਰੋਹ ਦੇ ਕੋਲ ਕੈਲੀਫੋਰਨੀਆ ਵਿੱਚ 3000 ਏਕੜ ਤੋਂ ਜ਼ਿਆਦਾ ਜ਼ਮੀਨ ਹੈ, ਜਿੱਥੇ ਹਰ ਸਾਲ ਇੱਕ ਮਿਡ ਸਮਰ ਕੈਂਪ ਲਾਇਆ ਜਾਂਦਾ ਹੈ। ਇਸ ਵਕਤ ਕਲੱਬ ਦੇ ਮੈਂਬਰਾਂ ਕੁਝ ਖੁਫੀਆ ਸਰਗਰਮੀਆਂ ਵਿੱਚ ਵੀ ਸ਼ਾਮਿਲ ਹੁੰਦੇ ਨੇ। ਕੁਝ ਲੋਕਾਂ ਦਾ ਕਹਿਣਾ ਹੈ ਇੱਥੇ ਮੌਜੂਦ ਹਜ਼ਾਰਾਂ ਸਾਲਾਂ ਪੁਰਾਣੇ ਸੁਰਖ ਦਰਖਤਾਂ ਦੇ ਵੀ ਇਹ ਲੋਕ ਹਮ ਜਿਨਸ ਪ੍ਰਸਤੀ ਦੀ ਤਰਗੀਬ ਵੀ ਦਿੰਦੇ ਨੇ ਤੇ ਇਹੋ ਜਿਹੇ ਮੁਖਤਲਿਫ ਆਮਾਲ ਦੀ ਵੀ। ਕੁਝ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਇਸ ਤਨਜ਼ੀਮ ਦੇ ਮੈਂਬਰਾਂ ਕਫਨ ਪਾ ਕੇ ਇੱਥੇ ਲੱਗੇ ਹੋਏ ਉੱਲੂ ਦੇ 40 ਫੁੱਟ ਉੱਚੇ ਮੁਜੱਸਮੇ ਕੋਲ ਇਨਸਾਨਾਂ ਦੀ ਬਲੀ ਵੀ ਚੜਾਉਂਦੇ ਨੇ। ਪੰਜਵੀਂ ਤਨਜ਼ੀਮ ਨਾਈਟ ਟੈਂਪਲਰਸ 11ਵੀਂ ਤੇ 12ਵੀਂ ਸਦੀ ਈਸਵੀ ਵਿੱਚ ਇੱਕ ਮਜ਼ਹਬੀ ਅਸਕਰੀ ਗਰੋਹ ਸੀ ਜਿਹੜਾ ਸਲੀਬੀ ਜੰਗਾਂ ਦੇ ਦੌਰਾਨ ਵਜੂਦ ਵਿੱਚ ਆਇਆ। ਇਹਦਾ ਮਕਸਦ ਯਰੂਸ਼ਲਮ ਵਿੱਚ
ਇਬਾਦਤ ਲਈ ਆਉਣ ਵਾਲੇ ਜ਼ਾਇਰੀਨ ਮਸੀਹੀਆਂ ਦੀ ਹਿਫਾਜ਼ਤ ਕਰਨਾ ਸੀ। ਇਸ ਤੰਜ਼ੀਮ ਦਾ ਬਾਕਾਇਦਾ ਆਗਾਜ਼ 1118 ਈਸਵੀ ਵਿੱਚ ਇੱਕ ਫਰਾਂਸੀਸੀ ਫੌਜੀ ਕਮਾਂਡਰ ਨੇ ਕੀਤਾ। ਉਹਨੇ 8 ਫੌਜੀਆਂ ਤੇ ਮੁਸ਼ਤਮਿਲ ਇੱਕ ਦਸਤਾ ਤਸ਼ਕੀਲ ਦਿੱਤਾ ਜਿਹਦਾ ਨਾਂ ਪੂਅਰ ਨਾਈਟਸ ਆਫ ਕ੍ਰਾਈਸਟ ਆਫ ਸੋਲੋਮਨ ਰੱਖਿਆ ਗਿਆ। ਬਾਅਦ ਵਿੱਚ ਇਹ ਦਸਤਾ ਨਾਈਟ ਟੈਂਪਲਰਸ ਅਖਵਾਇਆ। ਇਸ ਮਜ਼ਹਬੀ ਗਰੋਹ ਦੇ ਨਾਤੇ ਨਾ ਸਿਰਫ ਛੇਤੀ ਇਹਨਾਂ ਦੀ ਮਕਬੂਲੀਅਤ ਹੋਈ ਬਲਕਿ ਇਹਨਾਂ ਕੋਲ ਬੇਸ਼ਬਹਾ ਦੌਲਤ ਤੇ ਤਾਕਤ ਵੀ ਆ ਗਈ। ਇਹਨਾਂ ਦੀ ਵੱਧਦੀ ਹੋਈ ਤਾਕਤ ਨੂੰ ਵੇਖਦੇ ਹੋਏ ਉਸ ਵੇਲੇ ਦੇ ਪੌਪ ਨੇ ਇਹਨੂੰ ਇੱਕ ਮਜ਼ਹਬੀ ਤੰਜ਼ੀਮ ਦੇ ਤੌਰ ਤੇ ਕਬੂਲ ਕਰ ਲਿਆ। 1139 ਵਿੱਚ ਪੌਪ ਦੋਮ ਇਨੋਸੈਂਟ ਸੈਕੰਡ ਨੇ ਨਾਈਟ ਟੈਂਪਲਰਸ ਦੇ ਹਵਾਲੇ ਨਾਲ ਇੱਕ ਹੁਕਮਨਾਮਾ ਜਾਰੀ ਕੀਤਾ ਜਿਹਦੇ ਮੁਤਾਬਿਕ ਇਸ ਤੰਜ਼ੀਮ ਤੇ ਕਿਸੇ ਵੀ ਮੁਲਕ ਦੇ ਕਾਨੂੰਨ ਲਾਗੂ ਨਹੀਂ ਹੁੰਦੇ। ਇਸ ਤਰ੍ਹਾਂ ਇਸ ਤੰਜ਼ੀਮ ਦੇ ਮੈਂਬਰ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਬਗੈਰ ਪਾਸਪੋਰਟ ਵੀਜ਼ੇ ਦੇ ਜਾ ਸਕਦੇ ਸਨ। ਇਸ ਇਜਾਜ਼ਤਨਾਮੇ ਨਾਲ ਛੇਤੀ ਹੀ ਇਹ ਤੰਜ਼ੀਮ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਈ। ਇੱਕ ਅੰਦਾਜ਼ੇ ਮੁਤਾਬਿਕ 13ਵੀਂ ਸਦੀ ਤੱਕ ਇਸ ਤੰਜ਼ੀਮ ਦੇ ਮੈਂਬਰਾਂ ਦੀ ਤਾਦਾਦ 2 ਲੱਖ ਤੱਕ ਪਹੁੰਚ ਗਈ ਸੀ। 14ਵੀਂ ਸਦੀ ਈਸਵੀ ਵਿੱਚ ਇਹਨਾਂ ਨਾਈਟ ਟੈਂਪਲਰਸ ਦੀ ਤਾਕਤ ਤੇ ਮਕਬੂਲੀਅਤ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਯੂਰਪ ਦੇ ਕਈ ਮੁਲਕਾਂ ਵਿੱਚ ਇਹਨਾਂ ਦੀਆਂ ਜਾਇਦਾਦਾਂ ਤੇ ਕਿਲੇ ਮੌਜੂਦ ਸਨ। ਇਸੇ ਤਾਕਤ ਦੇ ਨਸ਼ੇ ਵਿੱਚ ਆ ਕੇ ਕਈ ਕਿਸਮ ਦੀਆਂ ਬਲਾਸਫੈਮੀਜ਼ ਦੇ ਵਿੱਚ ਇਹ ਮੁਲਵਸ ਹੋ ਗਏ। ਇਸ ਲਈ 1307 ਵਿੱਚ ਇਹਨਾਂ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਕੁਝ ਅਰਸੇ ਬਾਅਦ 1312 ਵਿੱਚ ਉਸ ਵਕਤ ਦੇ ਪੌਪ ਨੇ ਇਹਨਾਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ। 1314 ਈਸਵੀ ਤੰਜ਼ੀਮ ਦੇ ਗ੍ਰਿਫਤਾਰਸ਼ੁਦਾ ਮੈਂਬਰਾਂ ਤੇ ਗ੍ਰੈਂਡ ਮਾਸਟਰ ਨੂੰ ਅੱਗ ਵਿੱਚ ਸਾੜ ਦਿੱਤਾ ਗਿਆ, ਜਿਸ ਤੋਂ ਬਾਅਦ ਨਾਈਟ ਟੈਂਪਲਰਸ ਹਮੇਸ਼ਾ ਲਈ ਖਤਮ ਹੋ ਗਏ। 6ਵੀਂ ਖੁਫੀਆ ਤੰਜ਼ੀਮ ਬਿਲਡਰਸਬਰਗ ਗਰੁੱਪ ਖੁਫੀਆ ਤੰਜ਼ੀਮਾਂ ਵਿੱਚ ਸਭ ਤੋਂ ਵੱਡਾ ਤੇ ਖਤਰਨਾਕ ਗਰੁੱਪ ਸਮਝਿਆ ਜਾਂਦਾ ਹੈ। ਦੁਨੀਆ ਵਿੱਚ ਮੁਖਤਲਿਫ ਜੰਗਾਂ ਕਰਵਾਉਣ ਤੇ ਵੱਡੇ ਲੋਕਾਂ ਨੂੰ ਕਤਲ ਕਰਵਾਉਣ ਤੇ ਦੁਨੀਆ ਨੂੰ ਮੁਆਸ਼ੀ ਤੌਰ ਤੇ ਕੰਟਰੋਲ ਕਰਨਾ ਤੇ ਮੁਖਤਲਿਫ ਮੁਲਕਾਂ ਵਿੱਚ ਹਕੂਮਤਾਂ ਡੇਗਣੀਆਂ ਤੇ ਬਣਾਉਣੀਆਂ, ਇਹ ਸਭ ਨੂੰ ਕੰਟਰੋਲ ਕਰਨ ਦੇ ਪਿੱਛੇ ਇਸ ਗਰੁੱਪ ਦਾ ਨਾਂ ਲਿਆ ਜਾਂਦਾ ਹੈ। ਇਸ ਗਰੁੱਪ ਦੀ ਸ਼ੁਰੂਆਤ 1954 ਈਸਵੀ ਨੀਦਰਲੈਂਡ ਦੇ ਇੱਕ ਹੋਟਲ ਦੀ ਬਿਲਡਰਬਰਗ ਵਿੱਚ ਹੋਇਆ। ਇਸ ਹੋਟਲ ਵਿੱਚ ਦਰਅਸਲ ਯੂਰਪੀ ਮੁਮਾਲਕ ਤੇ ਯੂਨਾਈਟਿਡ ਸਟੇਟਸ ਦੇ ਵਿਚਕਾਰ ਕਰੀਬੀ ਤਾਲੁਕਾਤ ਮਜ਼ਬੂਤ ਕਰਨ ਦੇ ਹਵਾਲੇ ਨਾਲ ਇੱਕ ਬੈਠਕ ਹੋਈ ਸੀ। ਇਸ ਤੋਂ ਬਾਅਦ ਇਹ ਗਰੁੱਪ ਬਾਕਾਇਦਾ ਇੱਕ ਤੰਜ਼ੀਮ ਦਾ ਰੂਪ ਧਾਰ ਗਿਆ। ਇਸ ਗਰੁੱਪ ਦੇ ਬਾਨੀ ਦੇ ਤੌਰ ਤੇ ਪੋਲੈਂਡ ਦੇ ਇੱਕ ਸਿਆਸਤਦਾਨ ਜੋਜ਼ਫ ਰਿਟਿੰਗਰ ਦਾ ਨਾਂ ਲਿਆ ਜਾਂਦਾ ਹੈ। ਬਿਲਡਰਸਬਰਗ ਗਰੁੱਪ ਇਸ ਵੇਲੇ ਦੁਨੀਆ ਦੇ ਸਭ ਤੋਂ ਮਜ਼ਬੂਤ ਤੇ ਤਾਕਤਵਰ ਖੁਫੀਆ ਸੁਸਾਇਟੀ ਸਮਝੀ ਜਾਂਦੀ ਹੈ। ਇਸ ਸੁਸਾਇਟੀ ਵਿੱਚ ਯੂਰਪ ਤੇ ਅਮਰੀਕਾ ਦੇ ਬਹੁਤ ਵੱਡੇ ਇਦਾਰੇ, ਮਲਟੀਨੈਸ਼ਨਲ ਕੰਪਨੀਆਂ ਤੇ ਇੰਤਹਾਈ ਅਹਿਮ ਸ਼ਖਸੀਅਤ ਸ਼ਾਮਿਲ ਨੇ। ਇਸ ਤੰਜ਼ੀਮ ਦਾ ਸਾਲਾਨਾ ਇਜਲਾਸ ਵੀ ਹੁੰਦਾ ਹੈ, ਪਰ ਇਹਨੂੰ ਇੰਨਾ ਖੁਫੀਆ ਰੱਖਿਆ ਜਾਂਦਾ ਹੈ ਕਿ ਇਸ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਕਿਸੇ ਬੰਦੇ ਦਾ ਨਾਮ ਵੀ ਜ਼ਾਹਿਰ ਨਹੀਂ ਹੋਣ ਦਿੱਤਾ ਜਾਂਦਾ। ਇਹਨਾਂ ਮੀਟਿੰਗ ਵਿੱਚ ਮੁਬੈਨਾ ਤੌਰ ਤੇ ਪੂਰੀ ਦੁਨੀਆ ਦੇ ਸਿਆਸੀ ਤੇ ਕਾਰੋਬਾਰੀ ਹਾਲਾਤ ਨੂੰ ਕੰਟਰੋਲ ਕਰਨ ਲਈ ਮਨਸੂਬੇ ਬਣਾਏ ਜਾਂਦੇ ਨੇ। ਓਕਲਾਹੋਮਾ ਸ਼ਹਿਰ ਵਿੱਚ ਹੋਣ ਵਾਲੇ ਬੰਬ ਧਮਾਕੇ ਜਾਂ ਯੂਗੋਸਲਾਵੀਆ ਵਿੱਚ ਜੰਗੀ ਹਾਲਾਤ ਤੇ 1999 ਵਿੱਚ ਲੰਡਨ ਵਿੱਚ ਹੋਣ ਵਾਲੇ ਬੰਬ ਧਮਾਕੇ ਦੇ ਪਿੱਛੇ ਇਸੇ ਗਰੁੱਪ ਦਾ ਹੱਥ ਦੱਸਿਆ ਜਾਂਦਾ ਹੈ। ਦੁਨੀਆ ਵਿੱਚ NGOs ਕਿਸ ਏਜੰਡੇ ਤੇ ਕਿਵੇਂ ਕੰਮ ਕਰਨਗੀਆਂ, ਬੈਂਕਾਂ ਦਾ ਕਾਰ-ਵਿਹਾਰ ਕੀ ਹੋਵੇਗਾ, ਇੱਥੋਂ ਤੱਕ ਕਿ ਕਈ ਮੁਲਕਾਂ ਦੀਆਂ ਹਕੂਮਤਾਂ ਬਣਾਉਣ ਵਿੱਚ ਵੀ ਬਿਲਡਰਸਬਰਗ ਗਰੁੱਪ ਪੇਸ਼ ਹੈ। ਇਸ ਤੋਂ ਵੱਖ ਕਿਹਾ ਜਾਂਦਾ ਹੈ
ਕਿ ਨਿਊ ਵਰਲਡ ਆਰਡਰ ਦਾ ਨਜ਼ਰੀਆ ਅਸਲ ਵਿੱਚ ਇਸੇ ਗਰੁੱਪ ਦਾ ਦਿੱਤਾ ਹੋਇਆ ਹੈ। ਪਰ ਇਹਨਾਂ ਸਾਰੀਆਂ ਥਿਊਰੀਜ਼ ਦੇ ਪਿੱਛੇ ਕੀ ਸਬੂਤ ਤੇ ਕੀ ਸੱਚਾਈ ਹੈ, ਇਹਦੇ ਬਾਰੇ ਕੋਈ ਹਤਮੀ ਤੌਰ ਤੇ ਨਹੀਂ ਜਾਣਦਾ। 7ਵੀਂ ਖੁਫੀਆ ਤਨਜ਼ੀਮ सोसाइटी ऑफ जीसस, अंजुमन मसीही या द सोसाइटी ऑफ जीसस एक मजहबी तंजीम है। इस खुफिया तंजीम का बज़ाहिर मकसद दुनिया विच मसीही अकायद की तबलीग है ते नेकी का स्नेहा देना। ये सोसाइटी 1540 ईस्वी विच इस तंजीम की बुनियाद एक साबिका फौजी अफसर इग्नेटियस ऑफ लॉयला का नाम लिया जाता है। जदों कि सोसाइटी के क्याम विच 6 होर मैंबरस का नाम भी शामिल है। इस सोसाइटी के इस वेले दुनिया भर विच 18,000 तो वध मैंबरस ने। इस सोसाइटी के मकासद विच ये शामिल सी कि दुनिया विच रोमन कैथोलिक नज़रियात की तरवीज ते लोकां विच अजिही सोच पैदा की जाएगी कि वह मसीही नज़रियात का प्रचार आम करन। इस तो वक्त इस तंजीम नूं खैराती ते तालीमी मकासद वास्ते काम करने वाली तंजीम भी कहा जाता है। इस तंजीम नूं क्योंकि एक फौजी कमांडर ने बनाया सी, इसलिए इहदे अहकामात इंतहाई सख्त ने। किसी भी मैंबर नूं किसी वेले भी कोई ऑर्डर दिता जाए तो वह फौरी तौर पर इहदे ते अमल करन दा पाबंद होवेगा। तंजीम के मैंबरान नूं खुदा दा सिपाही कहा जाता है, यानी आम तौर पर साडे कोल लैंदे पंजाब या पाकिस्तान विच या बरे सगीर विच जिवें पादरियां नूं खुदा दा खादम कहा जाता है। ये सोसाइटी अज भी अपने इसे मिशन ते अमल कर रही है ते दुनिया भर विच इस तंजीम के हज़ारां मैंबर ने। दुनिया विच गर्दिश करदियां होइयां इन्हां खुफिया तंजीमां दे बारे लोकां दियां गल्लां ते राय ते क्यास आराइयां विच कितनी सच्चाई है, तुसीं भी इन्हां दे बारे जे कुछ जानते हो ते इस डॉक्यूमेंट्री दे कमेंट विच जरूर आओ। जियोग्राफिक पंजाबी दुनिया भर विच वास्ते पंजाबियां दा मालूमाती चैनल।